ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸੱਚ ਦੀ ਕਲਮ ਤੇ ਰੂਹ ਦੀ ਆਵਾਜ਼। ਦੋਸਤੋ, ਕੀ ਤੁਸੀਂ ਕਿਸਮਤ ਤੇ ਜ਼ਿਆਦਾ ਬਲੀਵ ਕਰਦੇ ਹੋ ਜਾਂ ਪਰਮਾਤਮਾ ਤੇ ਜਾਂ ਆਪਣੇ ਆਪ ਤੇ, ਆਪਣੇ ਮਨ ਤੇ, ਆਪਣੇ ਕੰਮ ਤੇ ਜਾਂ ਆਪਣੇ ਵਿਸ਼ਵਾਸ ਤੇ ਹੀ ਜ਼ਿਆਦਾ ਵਿਸ਼ਵਾਸ ਕਰਦੇ ਹੋ? ਇਹ ਸਵਾਲ ਮੇਰਾ ਤੁਹਾਨੂੰ ਹੈ ਕਿਉਂਕਿ ਸਵਾਲ ਦਾ ਜਵਾਬ ਵੀ ਚਾਹੀਦਾ ਹੈ। ਤੁਸੀਂ ਸਵਾਲ ਦਾ ਜਵਾਬ ਆਪਣੇ ਕਮੈਂਟਾਂ ਦੇ ਵਿੱਚ ਦਿਓਗੇ ਤਾਂ ਕਿ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰੀਕੇ ਨਾਲ ਯਕੀਨ ਕਰਦੇ ਹੋ ਤੇ ਕਿਸ ਤੇ ਜ਼ਿਆਦਾ ਤੁਹਾਨੂੰ ਭਰੋਸਾ ਹੈ, ਕਿਸ ਤੇ ਜ਼ਿਆਦਾ ਤੁਹਾਨੂੰ ਟਰਸਟ ਹੈ। ਮੈਂ ਤੁਹਾਡੇ ਦੋਸਤ ਇਤਰਮਨ। ਦੋਸਤੋ, ਮਨ ਦੀ ਸ਼ਕਤੀ 2 ਵੀਡੀਓ ਲੈ ਕੇ ਮੈਂ ਹਾਜ਼ਰ ਹਾਂ ਤੇ ਪਿਛਲੇ ਵਾਰ ਅਸੀਂ ਗੱਲ ਕੀਤੀ ਸੀ ਸਾਡੇ ਮਨ ਦੇ ਵਿੱਚ ਕਿਸ ਤਰੀਕੇ ਦੀ ਸ਼ਕਤੀ ਹੈ ਤੇ ਉਸਨੂੰ ਜਾਣਨਾ ਕਿੰਨਾ ਕੁ ਜ਼ਰੂਰੀ ਹੈ। ਸੋ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਦਿਮਾਗ ਬਾਰੇ। ਜੀ ਹਾਂ, ਦਿਮਾਗ ਦੇ ਵੀ ਸਾਡੇ 2 ਹਿੱਸੇ ਹੁੰਦੇ ਨੇ। ਬਹੁਤ ਸਾਰੇ ਲੋਕ ਇਹ ਗੱਲ ਜਾਣਦੇ ਹੋਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀਡੀਓ ਦੇ ਦੇਖ ਕੇ ਜਾਣ ਲੈਣਗੇ ਕਿ ਸਾਡੇ ਦਿਮਾਗ ਦੇ 2 ਹਿੱਸੇ ਹੁੰਦੇ ਨੇ ਤੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਪਰ ਸਭ ਤੋਂ ਪਹਿਲੀ ਗੱਲ ਦੋਸਤੋ, ਇਹ ਦਿਮਾਗ ਇੱਕ ਹੈ, ਹਿੱਸੇ 2 ਨੇ ਤੇ ਉਹਨਾਂ ਦੋਨੋਂ ਹਿੱਸਿਆਂ ਦੇ ਵੱਖਰੇ ਵੱਖਰੇ ਕੰਮ ਨੇ, ਵੱਖਰੇ ਵੱਖਰੇ ਗੁਣ ਨੇ, ਵੱਖਰੀਆਂ ਵੱਖਰੀਆਂ ਸ਼ਕਤੀਆਂ ਨੇ, ਵੱਖਰੀ ਵੱਖਰੀ ਸਮਰੱਥ ਹੈ ਜੋ ਕਿ ਦੋਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰਦੀ ਹੈ। ਦੋਸਤੋ, ਇਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਤੁਸੀਂ ਲੈ ਸਕਦੇ ਹੋ, ਜਿਵੇਂ ਕਿ ਸਬਜੈਕਟ, ਆਬਜੈਕਟ, ਠੀਕ ਹੈ, ਜਾਂ ਫਿਰ ਅਵਚੇਤਨ ਮਨ, ਚੇਤਨ ਮਨ, ਇੱਛਕ, ਸਵੈ ਇੱਛਕ, ਅਨਿੱਛਕ, ਇਸਤਰੀ ਦਾ ਮਨ, ਪੁਰਸ਼ ਦਾ ਮਨ, तमाम ਨਾਮ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ। ਪਰ ਗੱਲ ਉਹੀ ਹੈ ਕਿ ਦਿਮਾਗ ਇੱਕ ਹੈ, ਕੰਮ 2 ਅਲੱਗ-ਅਲੱਗ ਹਿੱਸੇ ਕਰਦੇ ਨੇ ਤੇ ਦੋਨਾਂ ਹਿੱਸਿਆਂ ਦੀ ਅਲੱਗ-ਅਲੱਗ ਹੀ ਸਮਰੱਥਾ ਹੈ, ਅਲੱਗ-ਅਲੱਗ ਇਹਨਾਂ ਦੀ ਸ਼ਕਤੀ ਹੈ। ਤੋ ਦੋਸਤੋ, ਜੇ ਅਸੀਂ ਦਿਮਾਗ ਦੇ 2 ਹਿੱਸਿਆਂ ਦੀ ਗੱਲ ਕਰੀਏ ਤਾਂ ਇੱਕ ਹਿੱਸੇ ਨੂੰ ਅਸੀਂ ਚੇਤਨ ਵੀ ਕਹਿ ਸਕਦੇ ਹਾਂ ਤੇ ਦੂਜੇ ਹਿੱਸੇ ਨੂੰ ਅਵਚੇਤਨ ਵੀ ਕਹਿ ਸਕਦੇ ਹਾਂ। ਤੇ ਅੱਜ ਅਸੀਂ ਇਹਨਾਂ ਦੀ ਹੀ ਗੱਲ ਕਰਾਂਗੇ, ਚੇਤਨ ਤੇ ਅਵਚੇਤਨ ਮਨ ਦੀ, ਜੋ ਸਾਡੇ ਦਿਮਾਗ ਦੇ 2 ਹਿੱਸੇ ਨੇ। ਉਹਨਾਂ ਦੀ ਗੱਲ ਕਰਾਂਗੇ ਤੇ ਉਹਨਾਂ ਤੋਂ ਹੀ ਜਾਣਾਂਗੇ ਕਿ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਨੇ ਤੇ ਕਿਸ ਤਰੀਕੇ ਨਾਲ ਜੋ ਅਸੀਂ ਬੀਜਦੇ ਹਾਂ ਉਹ ਸਾਨੂੰ ਵਾਪਸ ਮਿਲ ਜਾਂਦਾ ਹੈ। ਦੋਸਤੋ, ਤੁਸੀਂ ਜੇਕਰ ਇਸ ਨੂੰ ਜਾਣਨਾ ਹੈ, ਸਮਝਣਾ ਹੈ ਤਾਂ ਬਹੁਤ ਹੀ ਇੱਕ ਅਨੋਖਾ ਤਰੀਕਾ ਹੈ। ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਮਨ ਨੂੰ ਇੱਕ ਬਗੀਚਾ ਮੰਨ ਲਓ ਤੇ ਤੁਸੀਂ ਇਸ ਬਗੀਚੇ ਦੇ ਮਾਲੀ ਹੋ। ਤੁਹਾਡਾ ਮਨ ਦੇ ਵਿੱਚ ਜਿਸ ਤਰੀਕੇ ਦੇ ਬੀਜ ਹੋਣਗੇ, ਯਾਨੀ ਕਿ ਜਿਸ ਤਰੀਕੇ ਦੇ ਵਿਚਾਰ ਹੋਣਗੇ, ਉਹਨਾਂ ਵਿਚਾਰਾਂ ਜ਼ਰੀਏ ਹੀ ਜੋ ਤੁਸੀਂ ਇਸ ਦੇ ਵਿੱਚ ਬੀਜੋਗੇ, ਕਿਉਂਕਿ ਸਾਡਾ ਜਿਹੜਾ ਮਨ ਹੈ, ਸਾਡਾ ਦਿਮਾਗ ਹੈ, ਹਮੇਸ਼ਾ ਚੱਲਦਾ ਰਹਿੰਦਾ ਹੈ। ਕੋਈ ਨਾ ਕੋਈ ਵਿਚਾਰ, ਚੰਗਾ ਮਾੜਾ, ਇਸ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਉਹੀ ਜੋ ਸਾਡੇ ਵਿਚਾਰ ਹੁੰਦੇ ਨੇ, ਜੋ ਹੀ ਸਾਡੀ ਭਾਵਨਾ ਹੁੰਦੀ ਹੈ, ਉਹ ਵਿਚਾਰਾਂ ਦੇ ਵਿੱਚ ਮਿਲ ਕੇ ਹੀ ਉਤਪੰਨ ਹੁੰਦੀ ਹੈ। ਤਾਂ ਉਹੀ ਜੋ ਅਸੀਂ ਬੀਜ ਸੋਚ ਰਹੇ ਹਾਂ, ਵਿਚਾਰ ਸੋਚ ਰਹੇ ਹਾਂ, ਸਾਡੇ ਮਨ ਦੇ ਵਿੱਚ ਜਿਹੜਾ ਬਗੀਚਾ ਹੈ ਉਸ ਦੇ ਵਿੱਚ ਉਹ ਬੀਜ ਅਸੀਂ ਬੋਨੇ ਆ ਤੇ ਉਹੀ ਉਹਨਾਂ ਦੀ ਫਸਲ ਤਿਆਰ ਹੁੰਦੀ ਹੈ ਤੇ ਉਹੀ ਫਸਲ ਤਿਆਰ ਹੋਣ ਦੇ ਵਾਸਤੇ ਉਹ ਜਿਹੇ ਹਾਲਾਤ ਬਣ ਜਾਂਦੇ ਨੇ ਤੇ ਉਹ ਜੋ ਹੀ ਸਾਨੂੰ ਉਸ ਦਾ ਰਿਜ਼ਲਟ ਮਿਲਦਾ, ਉਹੀ ਨਤੀਜਾ ਸਾਨੂੰ ਆਪਣੇ ਉਹਨਾਂ ਵਿਚਾਰਾਂ ਦਾ, ਆਪਣੇ ਉਹਨਾਂ ਬੀਜਾਂ ਦਾ ਮਿਲਦਾ। ਇੱਕ ਛੋਟੀ ਜਿਹੀ ਐਗਜ਼ਾਮਪਲ ਦੋਸਤੋ, ਜੇਕਰ ਤੁਸੀਂ ਆਪਣੇ ਬਗੀਚੇ ਦੇ ਵਿੱਚ ਕੰਡੇ ਬੀਜੋਗੇ ਤਾਂ ਤੁਹਾਨੂੰ ਕੋਈ ਵਧੀਆ ਫਸਲ ਮਿਲੇਗੀ? ਇਸ ਦਾ ਜਵਾਬ ਹੈ ਨਹੀਂ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਜਿਹੋ ਜਿਹਾ ਬੀਜੋਗੇ ਉਹ ਜਿਹਾ ਤੁਸੀਂ ਵੱਢੋਗੇ, ਜਾਂ ਫਿਰ ਜੈਸੇ ਕੋ ਤੈਸਾ। ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜੋ ਕਿ ਇਸ ਗੱਲ ਨੂੰ ਸਿੱਧ ਕਰਦੇ ਨੇ ਕਿ ਜਿਸ ਤਰੀਕੇ ਦਾ ਅਸੀਂ ਬੀਜਦੇ ਹਾਂ ਉਸ ਤਰੀਕੇ ਦਾ ਅਸੀਂ ਵੱਢਦੇ ਹਾਂ, ਜਿਸ ਤਰੀਕੇ ਦਾ ਅਸੀਂ ਸੋਚਦੇ ਹਾਂ ਉਸ ਤਰੀਕੇ ਦਾ ਹੀ ਸਾਨੂੰ ਫਲ ਮਿਲਦਾ, ਉਸ ਤਰੀਕੇ ਦਾ ਹੀ ਸਾਨੂੰ ਰਿਜ਼ਲਟ ਮਿਲਦਾ ਹੈ। ਹਾਲਾਤ, ਪਰਿਸਥਿਤੀਆਂ ਸਭ ਉਸ ਦੇ ਹੀ ਅਨੁਕੂਲ ਬਣਦੀਆਂ ਜਾਂਦੀਆਂ ਨੇ, ਕਿਉਂਕਿ ਜੋ ਸਾਡਾ ਮਨ ਹੈ, ਜੋ ਸਾਡੇ ਦਿਮਾਗ ਦੇ ਹਿੱਸੇ ਨੇ, ਜਿਸ ਤਰੀਕੇ ਨਾਲ ਉਹ ਕੰਮ ਕਰਦੇ ਨੇ। ਦੋਸਤੋ, ਤੁਸੀਂ ਇੱਕ ਗੱਲ ਸੋਚਦੇ ਹੋਵੋਗੇ ਕਿ ਜਿਸ ਤਰੀਕੇ ਨਾਲ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਵਿਅਕਤੀ ਜਿਹੜਾ ਇੱਕ ਝੂਠ ਬੋਲਦਾ ਹੈ ਤੇ ਉਸ ਝੂਠ ਨੂੰ ਉਹ 100 ਵਾਰ ਬੋਲੇਗਾ ਤਾਂ ਉਹ ਸੱਚ ਲੱਗਣ ਲੱਗ ਜਾਂਦਾ ਹੈ। ਪਰ ਸੱਚ ਦੀ ਇੱਕ ਆਪਣੀ ਹੀ ਸ਼ਕਤੀ ਹੁੰਦੀ ਹੈ, ਉਹ ਫਿਰ ਵੀ ਸਭ ਨੂੰ ਪਤਾ ਲੱਗ ਜਾਂਦਾ, ਇੱਕ ਨਾ ਇੱਕ ਦਿਨ ਸਾਹਮਣੇ ਸੱਚ ਆ ਹੀ ਜਾਂਦਾ ਹੈ। ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਸਾਡੇ ਮਨ ਦੇ ਵਿੱਚ ਬਾਰ-ਬਾਰ ਵਿਚਾਰ ਆਣਗੇ, ਚਾਹੇ ਵਿਚਾਰ ਚੰਗਾ ਆਵੇਗਾ, ਚਾਹੇ ਵਿਚਾਰ ਮਾੜਾ ਆਵੇਗਾ, ਉਸਨੇ ਉਸੇ ਤਰੀਕੇ ਨਾਲ ਹੀ ਕੰਮ ਕਰਨਾ ਹੈ। ਤਾਂ ਉਹੀ ਜੋ ਬੀਜ ਹੈ, ਜੋ ਵਿਚਾਰ ਹੈ, ਜੋ ਸਾਡੇ ਦਿਲ ਦਿਮਾਗ ਦੇ ਉੱਤੇ ਹਾਵੀ ਹੋ ਜਾਂਦਾ, ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਸਾਨੂੰ ਸਭ ਕੁਝ ਆਪਣੇ ਜੋ ਸਾਡੇ ਮਨ ਦੀ ਕਿਰਿਆ ਹੈ
ਉਸ ਦੇ ਵਿੱਚ ਉਹ ਚੀਜ਼ ਮਹਿਸੂਸ ਹੋਣ ਲੱਗ ਜਾਂਦੀ ਹੈ। ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਚੱਲਦਾ, ਤੁਸੀਂ ਅੰਦਰੋਂ ਅੰਦਰ ਬਹੁਤ ਕੁਝ ਸੋਚਦੇ ਹੋ ਤੇ ਤੁਸੀਂ ਇਹ ਗੱਲ ਵੀ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ, ਤੁਸੀਂ ਜੇ ਤੁਹਾਨੂੰ ਕੋਈ ਪੁੱਛੇਗਾ ਤੁਸੀਂ ਇਹ ਗੱਲ ਸੋਚੀ ਸੀ, ਤੁਸੀਂ ਕਹੋਗੇ ਨਹੀਂ ਮੈਂ ਇਹ ਗੱਲ ਕਦੇ ਸੋਚੀ ਹੀ ਨਹੀਂ ਸੀ, ਫਿਰ ਇਹ ਸਭ ਕਿਵੇਂ ਹੋ ਗਿਆ? ਕਿਉਂਕਿ ਹਰ ਕੋਈ ਇਨਸਾਨ ਚੰਗਾ ਸੋਚਦਾ, ਹਰ ਕੋਈ ਇਨਸਾਨ ਆਪਣਾ ਵਧੀਆ ਸੋਚਦਾ, ਪਰ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਅਜਿਹੇ ਬਹੁਤ ਤਰ੍ਹਾਂ ਦੇ ਸਵਾਲ ਜਵਾਬ ਆਉਂਦੇ ਨੇ, ਬਹੁਤ ਸਾਰੇ ਵਿਚਾਰ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਆ, ਜਿਨ੍ਹਾਂ ਦਾ ਅਸਰ ਨਹੀਂ ਹੁੰਦਾ। ਪਰ ਜਿਵੇਂ ਦੇ ਹਾਲਾਤ ਬਣ ਜਾਂਦੇ ਨੇ, ਜਿਵੇਂ ਦੀ ਪਰਿਸਥਿਤੀਆਂ ਬਣ ਜਾਂਦੀਆਂ ਨੇ, ਉਸ ਤਰੀਕੇ ਤੋਂ ਬਾਅਦ ਸਾਨੂੰ ਇਹ ਅਹਿਸਾਸ ਹੁੰਦਾ ਹੈ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਮੇਰੀ ਗਲਤੀ ਸੀ ਜਾਂ ਮੈਂ ਜ਼ਿਆਦਾ ਸੋਚਿਆ, ਕਿਉਂਕਿ ਕਈ ਵਾਰ ਜ਼ਿਆਦਾ ਸੋਚਣ ਨਾਲ ਵੀ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ। ਸੋ ਇਹੀ ਗੱਲ ਹੈ ਕਿ ਜਿਸ ਤਰੀਕੇ ਦਾ ਅਸੀਂ ਸੋਚਦੇ ਹਾਂ, ਜਿਸ ਤਰੀਕੇ ਸਾਡੇ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ, ਤੁਸੀਂ ਬਹੁਤ ਵਾਰੀ ਨੋਟ ਕੀਤਾ ਹੋਵੇਗਾ ਕਿ ਤੁਸੀਂ ਇੱਕ ਚੀਜ਼ ਦੀ ਜੇਕਰ ਜਿੱਦ ਕਰਦੇ ਹੋ ਤੁਹਾਨੂੰ ਉਹ ਚੀਜ਼ ਚਾਹੀਦੀ ਹੀ ਚਾਹੀਦੀ ਹੈ, ਕਿਸੇ ਚੀਜ਼ ਲਈ ਤੁਸੀਂ ਜੀ ਤੋੜ ਮਿਹਨਤ ਕਰਦੇ ਹੋ, ਵੱਡੇ ਵੱਡੇ ਤੁਸੀਂ ਸੁਪਨੇ ਵੇਖਦੇ ਹੋ, ਦਿਨ ਰਾਤ ਸੁਪਨਿਆਂ ਦੇ ਵਿੱਚ ਤੁਹਾਡਾ ਉਸ ਮੰਜ਼ਿਲ ਨੂੰ ਤੁਸੀਂ ਛੂਹਦੇ ਹੋ, ਤਾਂ ਇੱਕ ਨਾ ਇੱਕ ਦਿਨ ਉਹ ਚੀਜ਼ ਤੁਹਾਡੇ ਸਾਹਮਣੇ ਜ਼ਰੂਰ ਹੁੰਦੀ ਹੈ ਜਾਂ ਉਦਾਂ ਦੀਆਂ ਪਰਿਸਥਿਤੀਆਂ ਬਣ ਜਾਂਦੀਆਂ ਨੇ, ਉਦਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਤੁਸੀਂ ਉਸ ਚੀਜ਼ ਤੱਕ ਪਹੁੰਚ ਜਾਂਦੇ ਹੋ। ਸੋ ਇਹੀ ਹੈ ਅਵਚੇਤਨ ਮਨ ਦੀ ਸ਼ਕਤੀ, ਕਿਉਂਕਿ ਜੋ ਅਸੀਂ ਆਪਣੇ ਮਨ ਦੇ ਬਗੀਚੇ ਦੇ ਵਿੱਚ ਬੀਜਾਂਗੇ ਉਦਾਂ ਦੀ ਫਸਲ ਤਿਆਰ ਹੋਵੇਗੀ ਤੇ ਉਹੀ ਫਸਲ ਸਾਨੂੰ ਕੱਟਣੀ ਪਵੇਗੀ, ਚਾਹੇ ਫਸਲ ਫਿਰ ਉਹ ਚੰਗੀ ਹੋਵੇਗੀ ਚਾਹੇ ਫਸਲ ਮਾੜੀ ਹੋਵੇਗੀ। ਸੋ ਇਸ ਤਰੀਕੇ ਨਾਲ ਸਾਡਾ ਜੋ ਇਹ ਮਨ ਹੈ, ਜੋ ਦਿਮਾਗ ਦੇ ਹਿੱਸੇ ਨੇ, ਉਹ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰਦੇ ਨੇ। ਇਸੇ ਨਾਲ ਸਾਨੂੰ ਖੁਸ਼ੀ ਦਾ ਗਮੀ ਦਾ ਅਹਿਸਾਸ ਹੁੰਦਾ ਹੈ, ਸੁੱਖ ਅਸੀਂ ਪਾ ਸਕਦੇ ਹਾਂ, ਖੁਸ਼ੀਆਂ ਪਾ ਸਕਦੇ ਹਾਂ, ਆਪਣੀ ਮੰਜ਼ਿਲ ਸਰ ਕਰ ਸਕਦੇ ਹਾਂ। ਉਹ ਇਸ ਕਰਕੇ ਕਿਉਂਕਿ ਜੋ ਅਸੀਂ ਸੋਚਾਂਗੇ, ਜੋ ਅਸੀਂ ਸੋਚਦੇ ਹਾਂ, ਉਸ ਸੋਚ ਤੇ ਸਾਨੂੰ ਅਮਲ ਵੀ ਕਰਨਾ ਪੈਂਦਾ ਹੈ। ਬਾਰ-ਬਾਰ ਇੱਕ ਚੀਜ਼ ਨੂੰ ਸੋਚਾਂਗੇ ਤਾਂ ਸਾਨੂੰ ਸੱਚ ਲੱਗਣ ਲੱਗ ਜਾਂਦੀ ਹੈ। ਇਸੇ ਤਰੀਕੇ ਨਾਲ ਸਾਡੇ ਅਵਚੇਤਨ ਮਨ ਦੇ ਵਿੱਚ ਬਹੁਤ ਸਾਰੀ ਸ਼ਕਤੀ ਦਾ ਭੰਡਾਰ ਹੈ। ਉਸ ਸ਼ਕਤੀ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ, ਸਾਨੂੰ ਉਸ ਸ਼ਕਤੀ ਦਾ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਸੋਚ ਰਹੇ ਹਾਂ, ਕੀ ਅਸੀਂ ਕਰਨਾ ਹੈ ਤੇ ਸਾਡੀ ਮੰਜ਼ਿਲ ਕੀ ਹੈ। ਪਰ ਜਿਵੇਂ ਸਾਨੂੰ ਸਭ ਕੁਝ ਕਲੀਅਰ ਹੋ ਜਾਂਦਾ ਹੈ ਵੀ ਅਸੀਂ ਕੀ ਸੋਚਣਾ ਹੈ, ਕੀ ਅਸੀਂ ਕਰਨਾ ਹੈ, ਤਾਂ ਸਭ ਕੁਝ ਸਾਡੇ ਬਿਲਕੁਲ ਸਾਹਮਣੇ ਹੁੰਦਾ ਹੈ ਕਿ ਸ਼ੀਸ਼ੇ ਦੇ ਵਿੱਚ ਬਿਲਕੁਲ ਸਾਫ਼ ਦਿਖਦਾ ਹੈ ਕਿ ਸਾਡੀ ਮੰਜ਼ਿਲ ਇਹ ਹੈ ਤੇ ਸਾਡੀ ਪਹਿਲੀ ਪੌੜੀ ਇੱਥੋਂ ਸਟਾਰਟ ਹੋਵੇਗੀ ਤੇ ਆਖਰੀ ਮੰਜ਼ਿਲ ਤੇ ਇਹ ਪੌੜੀ ਸਾਨੂੰ ਲੈ ਕੇ ਜਾਵੇਗੀ। ਸੋ ਇਹ ਸਭ ਕੁਝ ਸਾਡੇ ਵਿਚਾਰਾਂ ਤੇ ਨਿਰਭਰ ਕਰਦਾ ਹੈ। ਜੇਕਰ ਸਾਡੇ ਵਿਚਾਰ ਇਸ ਤਰੀਕੇ ਦੇ ਹੋਣਗੇ ਕਿ ਅਸੀਂ ਹਮੇਸ਼ਾ ਨੈਗੇਟਿਵ ਸੋਚਾਂਗੇ ਵੀ ਕੋਈ ਵੀ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਾਰ ਮੰਨ ਜਾਵਾਂਗੇ ਤਾਂ ਤੁਸੀਂ ਕਦੇ ਵੀ ਆਪਣੀ ਮੰਜ਼ਿਲ ਤੱਕ ਪਹੁੰਚ ਨਹੀਂ ਪਾਵੋਗੇ। ਤੁਹਾਨੂੰ ਮੰਜ਼ਿਲ ਮਿਲੇ ਨਾ ਮਿਲੇ, ਸਬਕ ਜ਼ਰੂਰ ਮਿਲਦਾ ਹੈ। ਉਸ ਰਸਤੇ ਤੇ ਚੱਲਣ ਦੇ ਲਈ ਬਹੁਤ ਨਵੇਂ-ਨਵੇਂ ਤਰੀਕੇ ਮਿਲਣਗੇ, ਨਵੇਂ-ਨਵੇਂ ਲੋਕਾਂ ਨਾਲ ਵਾਹ ਪੈਂਦਾ ਹੈ, ਤੁਹਾਨੂੰ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ, ਇੱਕ ਸਬਕ ਮਿਲਦਾ ਹੈ। ਸੋ ਇਸੇ ਤਰੀਕੇ ਨਾਲ ਜੋ ਸਾਡਾ ਮਨ ਹੈ ਉਹ ਕੰਮ ਕਰਦਾ ਹੈ ਤੇ ਕੰਮ ਕਰਨ ਲਈ ਬਹੁਤ ਚੀਜ਼ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ ਕਿ ਹਾਂ ਸਾਨੂੰ ਇਹ ਕੰਮ ਕਰਨਾ ਹੈ, ਸਹੀ ਹੈ, ਨਹੀਂ, ਜੇ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਤੁਸੀਂ ਇਹ ਕੰਮ ਕਰਨਾ ਹੈ, ਤੁਸੀਂ ਕੰਮ ਕਰ ਲਓਗੇ, ਤੁਸੀਂ ਉਸ ਕੰਮ ਨੂੰ ਸਿਰੇ ਵੀ ਚੜਾ ਸਕਦੇ ਹੋ। ਬਸ ਲੋੜ ਹੁੰਦੀ ਹੈ ਤੁਹਾਨੂੰ ਵਿਸ਼ਵਾਸ ਦੀ। ਇਸੇ ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਿਆ ਸੀ ਕਿ ਤੁਸੀਂ ਕਿਸਮਤ ਤੇ ਯਕੀਨ ਕਰਦੇ ਹੋ, ਰੱਬ ਤੇ ਯਕੀਨ ਕਰਦੇ ਹੋ ਜਾਂ ਫਿਰ ਆਪਣੇ ਕੰਮ ਤੇ, ਆਪਣੀ ਮਿਹਨਤ ਤੇ, ਲਗਨ ਤੇ ਆਪਣੇ ਵਿਸ਼ਵਾਸ ਤੇ ਵਿਸ਼ਵਾਸ ਕਰਦੇ ਹੋ। ਜੇਕਰ ਤੁਸੀਂ ਇਹ ਸਭ ਕੁਝ ਕਰਦੇ ਹੋ ਤਾਂ ਤੁਸੀਂ ਨੀਚੇ ਕਮੈਂਟ ਦੇ ਵਿੱਚ ਦੇ ਸਕਦੇ ਹੋ ਤੇ ਆਪ ਸੋਚ ਸਕਦੇ ਹੋ, ਤੁਸੀਂ ਖੁਦ ਸੋਚ ਕੇ ਦੇਖਣਾ ਕਿ ਤੁਸੀਂ ਕਿਸ ਤਰੀਕੇ ਨਾਲ ਵਿਸ਼ਵਾਸ ਕਰਦੇ ਹੋ, ਕਿਉਂਕਿ ਰੱਬ ਵੀ ਇੱਕ ਜ਼ਰੀਆ ਬਣਦਾ ਹੈ ਤੇ ਉਹ ਖੁਦ ਵੀ ਧਰਤੀ ਤੇ ਆ ਕੇ ਮਦਦ ਕਰਦਾ ਨਹੀਂ, ਸਾਡੇ ਮਨ ਦੇ ਵਿੱਚ ਉਹ ਹਮੇਸ਼ਾ ਵਸਦਾ ਹੈ। ਇਹ ਗੱਲ ਸਾਨੂੰ ਦੱਸੀ ਜਾਂਦੀ ਹੈ, ਸਿਖਾਈ ਜਾਂਦੀ ਹੈ। ਪਰ ਉਹੀ ਹੈ, ਜੇਕਰ ਤੁਸੀਂ ਆਪਣੇ ਮਨ ਤੇ ਹੀ ਤੁਹਾਨੂੰ ਵਿਸ਼ਵਾਸ ਨਹੀਂ, ਆਪਣੇ ਵਿਸ਼ਵਾਸ ਤੇ ਹੀ ਵਿਸ਼ਵਾਸ ਨਹੀਂ, ਤੁਸੀਂ ਖੁਦ ਹੀ ਬੈੱਡ ਤੋਂ ਉੱਠਣ ਦੀ ਹਿੰਮਤ ਨਹੀਂ ਕਰੋਗੇ ਤਾਂ ਕੋਈ ਵੀ ਤੁਹਾਨੂੰ ਕੋਠੇ ਤੇ ਨਹੀਂ ਚੱਕ ਕੇ ਲੈ ਜਾ ਸਕਦਾ। ਸੋ ਇਹੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਮਨ ਦੇ, ਜੋ ਸਾਡੇ ਮਨ ਦੇ ਵਿੱਚ ਅਸੀਂ ਬੀਜ ਰਹੇ ਹਾਂ, ਉਹ ਬੀਜ ਕਿਸ ਤਰੀਕੇ ਦੇ ਨੇ। ਤੁਹਾਡੇ ਵਿਚਾਰਾਂ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਬੇਲੋੜੇ ਸਾਡੇ ਦਿਮਾਗ ਦੇ ਵਿੱਚ ਵਿਚਾਰ ਆਉਂਦੇ ਨੇ, ਸਾਡੇ ਮਨ ਦੇ ਵਿੱਚ ਬਹੁਤ ਬੁਰੇ ਖਿਆਲ ਆਉਂਦੇ ਨੇ ਤੇ ਅਸੀਂ ਕਹਿੰਦੇ ਅਕਸਰ ਕਿ ਸਾਡਾ ਉਹਨਾਂ ਤੇ ਬਿਲਕੁਲ ਵੀ ਕੰਟਰੋਲ ਨਹੀਂ। ਸੋ ਸਾਡੇ ਵਿਚਾਰਾਂ ਦਾ ਸਾਡੇ ਤੇ ਕੰਟਰੋਲ ਹੋਣਾ ਚਾਹੀਦਾ, ਸਾਡੀ ਮੁੱਠੀ ਦੇ ਵੀ ਸਾਡੇ ਵਿਚਾਰ ਹੋਣੇ ਚਾਹੀਦੇ ਨੇ ਕਿ ਅਸੀਂ ਚੰਗੇ ਵਿਚਾਰ ਸੋਚਣੇ, ਅਸੀਂ ਪੋਜ਼ਿਟਿਵ ਵਿਚਾਰ ਸੋਚਣੇ, ਅਸੀਂ ਉਹ ਵਿਚਾਰ ਸੋਚਣੇ ਆ ਜੋ ਸਾਡੀ ਜ਼ਿੰਦਗੀ ਨੂੰ ਸਹੀ ਸੇਧ ਦੇਣਗੇ, ਜੋ ਸਾਡੀ ਜ਼ਿੰਦਗੀ ਨੂੰ ਬਹੁਤ ਉੱਚੀਆਂ ਮੰਜ਼ਿਲਾਂ ਤੇ ਲੈ ਕੇ ਜਾਣਗੇ ਤੇ ਸਾਡੇ ਸੁਪਨੇ ਨੂੰ ਸਾਕਾਰ ਕਰਨਗੇ। ਸਾਡੀ ਰਸਤੇ ਦੇ ਵਿੱਚ ਜਿੰਨੇ ਮਰਜ਼ੀ ਰੋੜੇ ਆਣ, ਜਿੰਨੇ ਮਰਜ਼ੀ ਕਾਂਟੇ ਆਣ, ਅਸੀਂ ਸਾਰਿਆਂ ਨੂੰ ਇੱਕ ਪਾਸੇ ਕਰਕੇ ਲੱਗ ਰਸਤਾ ਬਣਾ ਕੇ ਆਪਣੀ ਉਸ ਮੰਜ਼ਿਲ ਤੇ ਪਹੁੰਚਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਆਪਣੇ ਵਿਚਾਰਾਂ ਤੇ ਕੰਟਰੋਲ ਕਰਨ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ। ਬੇਲੋੜੇ ਵਿਚਾਰ ਤੁਹਾਡੇ ਜੋ ਮਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਕਰੋ,
ਕੰਟਰੋਲ ਦੇ ਵਿੱਚ ਕਰੋ। ਫਿਰ ਤੁਸੀਂ ਦੇਖਿਓ ਕਿ ਕਿਸ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਜਾਵੇਗਾ। ਸੋ ਅੱਜ ਦੀ ਮਨ ਦੀ ਸ਼ਕਤੀ ਪਾਰਟ 2 ਦੇ ਵਿੱਚ ਮੈਂ ਸਿਰਫ ਇੰਨੀ ਹੀ ਗੱਲ ਦੱਸੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਵਿਚਾਰਾਂ ਤੇ ਕੰਟਰੋਲ ਕਰ ਸਕਦੇ ਹਾਂ। ਸਾਡੇ ਮਨ ਦਾ ਜੋ ਬਗੀਚਾ ਹੈ, ਉਸ ਬਗੀਚੇ ਦੇ ਵਿੱਚ ਜਿਸ ਤਰੀਕੇ ਦੇ ਅਸੀਂ ਵਿਚਾਰ ਬੀਜਾਂਗੇ, ਉਸ ਵਿਚਾਰਾਂ ਦੀ ਫਸਲ ਸਾਨੂੰ ਉਸ ਤਰੀਕੇ ਦੀ ਸਾਡੇ ਸਾਹਮਣੇ ਆਉਂਦੀ ਹੈ। ਉਹ ਹਾਲਾਤ, ਉਹ ਪਰਿਸਥਿਤੀਆਂ ਬਣ ਜਾਂਦੀਆਂ ਨੇ ਜੋ ਸਾਡੇ ਮਨ ਦੇ ਵਿੱਚ ਅਕਸਰ ਚੱਲਦਾ ਰਹਿੰਦਾ। ਸਾਡੇ ਦਿਮਾਗ ਦੇ ਵਿੱਚ ਅਕਸਰ ਸਵਾਲ ਜਵਾਬ ਚੰਗੇ ਮਾੜੇ ਚੱਲਦੇ ਰਹਿੰਦੇ ਨੇ। ਉਹੀ ਫਸਲ ਅਸੀਂ ਬੀਜਦੇ ਹਾਂ, ਉਹੀ ਫਸਲ ਉੱਗਦੀ ਹੈ ਤੇ ਉਹੀ ਫਸਲ ਸਾਨੂੰ ਨਾ ਚਾਹੁੰਦੇ ਹੋਏ ਵੀ ਕੱਟਣੀ ਪੈਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਜੋ ਮਨ ਦੇ ਵਿੱਚ ਅਥਾਹ ਸ਼ਕਤੀਆਂ ਦਾ ਭੰਡਾਰ ਹੈ ਉਸ ਨੂੰ ਜਾਣਨਾ ਹੈ, ਤੇ ਅੱਜ ਅਸੀਂ ਗੱਲ ਕੀਤੀ ਕਿ ਮਨ ਦੀ ਸ਼ਕਤੀ ਦੇ ਵਿੱਚ ਜਿਸ ਤਰੀਕੇ ਦੀ ਅਸੀਂ ਫਸਲ ਬੀਜਾਂਗੇ ਉਹ ਵੱਢਣੀ ਪਵੇਗੀ ਤੇ ਆਪਣੇ ਵਿਚਾਰਾਂ ਤੇ ਕਿਸ ਤਰੀਕੇ ਨਾਲ ਤੁਸੀਂ ਕੰਟਰੋਲ ਕਰਨਾ ਹੈ। ਸੋ ਮਨ ਦੀ ਸ਼ਕਤੀ ਪਾਰਟ 3 ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਫਿਲਹਾਲ ਤੁਸੀਂ ਆਪਣੇ ਵਿਚਾਰਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ।